ਲਾਸਟ ਲੈਕਚਰਸ ਅਸੀਂ ਡਿਸਕਸ ਕਰ ਰਹੇ ਸੀਗੇ ਵਾਟਰ ਸਪਲਾਈ ਬਾਰੇ ਕਿ ਜਿਹੜਾ ਪਾਣੀ ਹੈ ਉਹ ਕਿੰਨਾ ਜ਼ਰੂਰੀ ਹੈਗਾ, ਉਹਨੂੰ ਆਪਾਂ ਕਿਸ ਤਰੀਕੇ ਨਾਲ ਫਿਲਟਰ ਕਰਦੇ ਹਾਂ ਜਾਂ ਕਿਸ ਤਰੀਕੇ ਨਾਲ ਅਸੀਂ ਉਹਨੂੰ ਟ੍ਰਾਂਸਫਰ ਕਰਦੇ ਹਾਂ ਫਰੋਮ ਸੋਰਸ, ਕਿੱਥੇ ਪਾਣੀ ਦਾ ਸੋਰਸ ਹੈ ਔਰ ਕਿੱਥੇ ਲਿਆ ਕੇ ਆਪਾਂ ਉਹਨੂੰ ਯੂਜ਼ ਕਰਦੇ ਹਾਂ। ਠੀਕ ਹੈ। ਦੈਨ ਨੈਕਸਟ ਹੈਗਾ ਹੈ ਕਿ ਸੀਵਰੇਜ ਜਿਹੜਾ ਹੈ ਘਰ ਦੇ ਵਿੱਚ ਜਿੱਦਾਂ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਇੱਕ ਸਰਵਿਸ ਕਰ ਲਈ ਵਾਟਰ ਸਪਲਾਈ ਦੀ, ਦੈਨ ਨੈਕਸਟ ਸਰਵਿਸ ਹੈਗੀ ਦੈਟ ਇਜ਼ ਸੀਵਰੇਜ। ਉਹਦੇ ਵਿੱਚ ਜਿਹੜਾ ਘਰ ਦੇ ਵਿੱਚ ਕਿਸੇ ਵੀ ਤਰੀਕੇ ਦਾ ਆਪਾਂ ਵੇਸਟ ਜਨਰੇਟ ਕਰ ਰਹੇ ਹਾਂ, ਜਿਹੜਾ ਕਿ ਵਾਸ਼ਰੂਮਸ ਤੋਂ ਵਿੱਚੋਂ ਦੀ ਨਿਕਲ ਕੇ ਆ ਰਿਹਾ ਜਾਂ ਕਿਚਨਸ ਦੇ ਵਿੱਚੋਂ ਨਿਕਲ ਕੇ ਆ ਰਿਹਾ ਜਾਂ ਬਾਰਿਸ਼ ਦਾ ਪਾਣੀ ਨਿਕਲ ਕੇ ਆ ਰਿਹਾ ਹੈ, ਇਹ ਜਿਹੜਾ ਸਾਰਾ ਪਾਣੀ ਹੈ ਜਾਂ ਵੇਸਟ ਹੈਗਾ ਹੈ ਜਾਂ ਸੀਵਰੇਜ ਹੈਗਾ ਹੈ ਜਾਂ ਸੀਵੇਜ ਹੈਗਾ ਹੈ, ਇਹਨੂੰ ਆਪਾਂ ਕਿਸ ਤਰੀਕੇ ਦੇ ਨਾਲ ਟ੍ਰਾਂਸਫਰ ਕਰਾਂਗੇ ਬਾਹਰ ਟੂ ਸੀਵਰੇਜ ਟ੍ਰੀਟਮੈਂਟ ਪਲਾਂਟ ਹੋ ਸਕਦਾ ਹੈ ਜਾਂ ਕੋਈ ਨੈਚੁਰਲ ਵਾਟਰ ਬੋਡੀ ਹੋ ਸਕਦੀ ਹੈ, ਠੀਕ ਹੈ, ਜਾਂ ਫਿਰ ਕੋਈ ਹੋਰ ਤਰੀਕਾ ਜਿਸ ਦੇ ਨਾਲ ਆਪਾਂ ਇਹਨੂੰ ਡਿਸਪੋਜ਼ ਆਫ ਕਰ ਸਕੀਏ। ਉਹਦੇ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਉਹ ਸਾਰਾ ਆਪਾਂ ਡਿਸਕਸ ਕਰਾਂਗੇ ਇਸ ਵਿੱਚ ਸੀਵਰੇਜ ਸਿਸਟਮ ਦੇ ਵਿੱਚ। ਠੀਕ ਹੈ। ਅੱਛਾ, ਕਿਉਂ ਸੀਵਰੇਜ ਸਾਨੂੰ ਬਾਹਰ ਕੱਢਣ ਦੀ ਜ਼ਰੂਰਤ ਹੈ, ਕਿਉਂ ਅਸੀਂ ਉਹਨੂੰ ਵਾਸ਼ਰੂਮ ਦਾ ਜਿਹੜਾ ਪਾਣੀ ਹੈ ਜਾਂ ਜੋ ਵੀ ਵੇਸਟ ਵਾਟਰ ਹੈ ਜਾਂ WC ਦਾ ਵੇਸਟ ਵਾਟਰ ਹੈਗਾ ਹੈ ਜਾਂ ਕਿਚਨ ਦਾ ਵੇਸਟ ਵਾਟਰ ਹੈਗਾ ਹੈ ਜਾਂ ਹੋਰ ਜੋ ਗੰਦ ਨਿਕਲ ਰਿਹਾ ਹੈ, ਉਹਨੂੰ ਆਪਾਂ ਜੇ ਘਰ ਦੇ ਵਿੱਚ ਹੀ ਰਹਿਣ ਦਈਏ ਤਾਂ ਕੀ ਪ੍ਰੋਬਲਮਸ ਹੈਗੀਆਂ ਨੇ ਜਾਂ ਕੀ ਉਹਦੇ ਇਸ਼ੂਜ਼ ਹੈਗੇ ਨੇ। ਸੋ ਫਸਟ ਇਜ਼ ਓਬਵੀਅਸਲੀ ਕਿ ਜੇ ਇਹ ਸਾਰਾ ਕੁਝ ਘਰ ਦੇ ਵਿੱਚ ਹੀ ਰਹੇਗਾ ਤੇ ਨੈਚੁਰਲੀ ਹੈਲਥ ਪ੍ਰੋਬਲਮਸ ਆਉਣਗੀਆਂ। ਕਿਉਂਕਿ ਜਿਹੜੀ ਸੈਨੀਟੇਸ਼ਨ ਹੈ ਉਹ ਬਹੁਤ ਜ਼ਰੂਰੀ ਹੈਗੀ ਹੈ, ਸਾਫ਼ ਸਫਾਈ ਬਹੁਤ ਜ਼ਰੂਰੀ ਹੈਗੀ ਹੈ। ਜੇ ਉਹ ਨਹੀਂ ਹੋਏਗੀ ਤਾਂ ਸਾਨੂੰ ਹੈਲਥ ਇਸ਼ੂਜ਼ ਆਉਣਗੇ। ਠੀਕ ਹੈ, ਹੈਲਥ ਇਸ਼ੂਜ਼ ਆਉਣਗੀਆਂ। ਉਸ ਤੋਂ ਬਾਅਦ ਜੇ ਆਪਾਂ ਇਹ ਵੇਸਟ ਘਰ ਦੇ ਵਿੱਚ ਹੀ ਕਿਸੇ ਤਰੀਕੇ ਨਾਲ ਆਪਾਂ ਇਹਨੂੰ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਨੈਚੁਰਲੀ ਸਾਡੇ ਜਿਹੜਾ ਸਮੈਲ ਹੈਗੀ ਹੈ ਇਹਦੀ, ਉਹ ਵੀ ਸਾਨੂੰ ਨੁਕਸਾਨ ਕਰੇਗੀ। ਠੀਕ ਹੈ, ਉਹ ਸਮੈਲ ਨੁਕਸਾਨ ਕਰਕੇ ਸਾਡਾ ਲਾਈਫ ਸਟਾਈਲ ਸਾਰਾ ਖਰਾਬ ਕਰੇਗੀ ਔਰ ਦੈਨ ਅਲਟੀਮੇਟਲੀ ਉਹ ਸਾਡੀ ਹੈਲਥ ਨੂੰ ਖਰਾਬ ਕਰੇਗੀ। ਠੀਕ ਹੈ, ਇਸ ਤੋਂ ਇਲਾਵਾ ਨੈਕਸਟ ਹੈ ਜੇ ਆਪਾਂ ਇਹ ਸੀਵਰੇਜ ਸਿਸਟਮ ਦਾ ਜਿਹੜਾ ਸਾਰਾ ਪੂਰਾ ਤਰੀਕਾ ਹੈ ਜਿਹਨੂੰ ਆਪਾਂ ਘਰ ਦੇ ਵਿੱਚ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਇਹਦਾ ਜਿਹੜਾ ਪਾਣੀ ਹੈਗਾ ਹੈ ਇਹ ਸਾਡੀ ਬਿਲਡਿੰਗ ਨੂੰ ਨੁਕਸਾਨ ਕਰ ਸਕਦਾ ਹੈ। ਠੀਕ ਹੈ, ਤੁਸੀਂ ਹਿਸਾਬ ਲਗਾਓ ਜੇ ਫਿਲਹਾਲ ਪਾਈਪਾਂ ਦੇ ਵਿੱਚੋਂ ਸਾਰਾ ਪਾਣੀ ਨਿਕਲ ਕੇ ਜਾ ਰਿਹਾ, ਬਾਹਰ ਜਾ ਰਿਹਾ, ਉਸ ਤੋਂ ਬਾਅਦ ਵੀ ਸਾਡੀ ਦੀਵਾਰਾਂ ਦੇ ਵਿੱਚ ਸਲਾਬਾ ਆ ਰਿਹਾ ਹੈ, ਤਾਂ ਜੇ ਆਪਾਂ ਉਹਨੂੰ ਘਰ ਦੇ ਲਾਗੇ ਛਾਗੇ ਕਿਤੇ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿੰਨੀ ਦਿੱਕਤ ਹੋਏਗੀ। ਠੀਕ ਹੈ, ਸੋ ਸਲਾਬਾ ਆਉਣ ਨਾਲ, ਜੇ ਸਲਾਬ ਆ ਜਾਂਦੀ ਹੈ ਤੇ ਰੈਗੂਲਰ ਸਲਾਬ ਆਏਗੀ, ਉਹ ਸਾਡੀ ਬਿਲਡਿੰਗ ਨੂੰ ਕਮਜ਼ੋਰ ਕਰਦੀ ਹੈ। ਜੇ ਬਿਲਡਿੰਗ ਕਮਜ਼ੋਰ ਕਰੇਗੀ, ਬਿਲਡਿੰਗ ਦੀ ਲਾਈਫ ਘਟੇਗੀ ਔਰ ਮਤਲਬ ਸਾਡੀ ਕੰਸਟਰਕਸ਼ਨ ਜਿਹੜੀ ਹੈ ਉਹ ਜ਼ਿਆਦਾ ਦੇਰ ਨਹੀਂ ਟਿਕ ਪਾਏਗੀ। ਹੋਰ ਇੱਕ ਰੀਜ਼ਨ ਹੋ ਸਕਦਾ ਹੈ ਕਿ ਜੇ ਸੀਵਰੇਜ ਸਿਸਟਮ ਕਿਸੇ ਜਗ੍ਹਾ ਤੇ ਨਹੀਂ ਹੁੰਦਾ ਤਾਂ ਉੱਥੇ ਜਿਹੜੀ ਲੈਂਡ ਵੈਲਿਊ ਹੈ ਉਹ ਘੱਟ ਹੁੰਦੀ ਹੈ। ਠੀਕ ਹੈ, ਮਤਲਬ ਜਿੱਥੇ ਜਦੋਂ ਵੀ ਆਪਾਂ ਮੰਨ ਲਓ ਪਲਾਟ ਕੋਈ ਲੈਣਾ ਹੋਵੇ ਤਾਂ ਆਪਾਂ ਕੁਝ ਚੀਜ਼ਾਂ ਦੇਖਦੇ ਹਾਂ ਜੀ, ਬਿਜਲੀ ਹੈਗਾ ਹੈ, ਪਾਣੀ ਦੀ ਸਪਲਾਈ ਆ ਰਹੀ ਹੈ, ਸੀਵਰੇਜ ਸਿਸਟਮ ਦੀ ਸਪਲਾਈ ਹੈਗੀ ਹੈ, ਮਤਲਬ ਉੱਥੋਂ ਡਿਸਪੋਜ਼ ਆਫ ਕਰ ਸਕਦੇ ਹਾਂ, ਸੀਵਰੇਜ ਸਿਸਟਮ ਹੈ ਜਾਂ ਨਹੀਂ ਹੈ। ਸੋ ਇਸ ਤਰੀਕੇ ਨਾਲ ਸਾਡੀ ਲੈਂਡ ਵੈਲਿਊ ਵੀ ਅਫੈਕਟ ਹੁੰਦੀ ਹੈ ਜੇ ਸੀਵਰੇਜ ਸਿਸਟਮ ਹੈ ਜਾਂ ਨਹੀਂ। ਠੀਕ ਹੈ, ਸੋ ਇਸ ਕਰਕੇ ਸੀਵਰੇਜ ਸਿਸਟਮ ਚਾਹੀਦਾ ਹੈ। ਸੋ ਆਪਾਂ ਜਿਹੜਾ ਵਾਟਰ ਸਪਲਾਈ ਦੇ ਵਿੱਚ ਇੰਪੋਰਟੈਂਟ ਰੋਲ ਹੈਗਾ ਸੀਵਰੇਜ ਸਿਸਟਮ ਬਾਰੇ, ਉਹਨੂੰ ਆਪਾਂ ਡਿਸਕਸ ਕਰਾਂਗੇ ਹੁਣ ਇਸ ਵਾਲੇ ਚੈਪਟਰ ਦੇ ਵਿੱਚ। ਇਸ ਦੇ ਵਿੱਚ ਸਟਾਰਟਿੰਗ ਦੇ ਵਿੱਚ ਸਾਨੂੰ ਪਹਿਲਾਂ ਕੁਝ ਡੈਫੀਨੇਸ਼ਨਸ ਪਤਾ ਹੋਣੀਆਂ ਚਾਹੀਦੀਆਂ ਨੇ ਕਿ ਇਹ ਸੀਵਰੇਜ ਕੀ ਹੁੰਦਾ ਹੈ ਜਾਂ ਸੀਵੇਜ ਕੀ ਹੁੰਦਾ ਹੈ ਜਾਂ ਸੀਵਰ ਕੀ ਹੁੰਦਾ ਹੈ। ਸੋ ਇਹੋ ਜਿਹੀਆਂ ਡੈਫੀਨੇਸ਼ਨਸ ਹੈ, ਇਹ ਸਾਰੀਆਂ ਇੱਕ ਦੂਜੇ ਨਾਲ
ਆਲਮੋਸਟ ਸੇਮ ਨੇਮ ਹੈਗੇ ਆ, ਸਾਨੂੰ ਇਹਦੀ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਸੀਵਰੇਜ ਜਾਂ ਸੀਵਰ ਐਕਸੈਟਰਾ ਇਹ ਚੀਜ਼ਾਂ ਕੀ ਹੁੰਦੀਆਂ ਨੇ, ਠੀਕ ਹੈ। ਸੋ ਆਪਾਂ ਅੱਜ ਦੀ ਦਿਨ ਆਪਾਂ ਡੈਫੀਨੇਸ਼ਨਸ ਹੀ ਕਲੀਅਰ ਕਰਾਂਗੇ ਫਿਲਹਾਲ ਇਸ ਲੈਕਚਰ ਦੇ ਵਿੱਚ, ਤਾਂ ਕਿ ਆਪਾਂ ਇਹਨੂੰ ਫਰਦਰ ਪਰਸਿਊ ਕਰੀਏ, ਸਾਨੂੰ ਆਸਾਨੀ ਹੋਵੇ। ਸੋ ਇਹਦਾ ਜਿਹੜਾ ਸਿਲੇਬਸ ਹੈ ਉਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਡਰੇਨੇਜ ਹੈ ਜਿਹੜਾ ਹੈ ਕੀ ਹੁੰਦਾ ਹੈ, ਇਹ ਕਿਹੜੇ ਪ੍ਰਿੰਸੀਪਲ ਦੇ ਉੱਤੇ ਕੰਮ ਕਰਦਾ ਹੈ, ਕਿੰਨੇ ਤਰ੍ਹਾਂ ਦੇ ਸੀਵਰੇਜ ਸਿਸਟਮਸ ਹੁੰਦੇ ਨੇ, ਪਾਈਪਸ ਕਿਹੜੇ ਤਰ੍ਹਾਂ ਦੀਆਂ ਹੁੰਦੀਆਂ ਜਾਂ ਕਿਹੜੇ ਸਾਈਜ਼ਸ ਦੀਆਂ ਹੁੰਦੀਆਂ ਨੇ, ਠੀਕ ਹੈ। ਘਰਾਂ ਦੇ ਵਿੱਚ ਸੀਵਰੇਜ ਸਿਸਟਮ ਨਾਲ ਕਨੈਕਸ਼ਨ ਕਰਨ ਲਈ ਸਾਨੂੰ ਕਿਹੋ ਜਿਹੇ ਇੰਸਪੈਕਸ਼ਨ ਚੈਂਬਰਸ ਚਾਹੀਦੇ ਨੇ ਜਾਂ ਉਹ ਕੀ ਹੁੰਦੇ ਨੇ, ਠੀਕ ਹੈ, ਜਾਂ ਟਰੈਪਸ ਕਿਹੜੇ ਤਰੀਕੇ ਦੇ ਯੂਜ਼ ਕਰਦੇ ਨੇ, ਜਾਂ ਹੋਰ ਬੇਸਿਕ ਜਿਹੜੇ ਆਪਾਂ ਸੈਨੀਟਰੀ ਸਿਸਟਮ ਯੂਜ਼ ਕਰਦੇ ਹਾਂ ਘਰਾਂ ਦੇ ਵਿੱਚ, ਸਿੰਕ ਹੈ, ਵਾਸ਼ ਬੇਸਨ ਹੈ, ਵਾਟਰ ਕਲੋਜ਼ਟ, WC ਹੈਗਾ, ਇਹਨਾਂ ਦੇ ਕੀ ਸਾਈਜ਼ਸ ਆਉਂਦੇ ਨੇ ਜਾਂ ਕਿਸ ਸ਼ੇਪਸ ਮਿਲਦੇ ਨੇ, ਔਰ ਡਿਫਰੈਂਟ ਟਾਈਪਸ ਆਫ ਟੈਂਕਸ ਐਂਡ ਸੀਪੇਜ ਸੋਕ ਪਿਟਸ ਜਿਹੜੇ ਹੈਗੇ ਨੇ ਉਹ ਕੀ ਹੁੰਦੇ ਨੇ, ਤੇ ਉਹਨਾਂ ਨੂੰ ਆਪਾਂ ਕਿੱਦਾਂ ਬਣਾਉਂਦੇ ਆ, ਔਰ ਕੰਸਟਰਕਸ਼ਨ ਕਿਸ ਤਰੀਕੇ ਨਾਲ ਕਰਦੇ ਆ, ਔਰ ਇੱਕ ਸਿੰਪਲ ਆਪਾਂ ਲਾਸਟ ਦੇ ਵਿੱਚ ਛੋਟੇ ਟਾਇਲਟਸ ਹੀ ਆਪਾਂ ਇੱਕ ਲੇਆਊਟ ਬਣਾ ਕੇ ਕੋਸ਼ਿਸ਼ ਕਰਾਂਗੇ ਕਿ ਅਸੀਂ ਪਾਈਪ ਨੈਟਵਰਕ ਕਿਸ ਤਰੀਕੇ ਨਾਲ ਡਿਜ਼ਾਈਨ ਕਰਦੇ ਹਾਂ ਅਸੀਂ ਸਿੱਖ ਸਕੀਏ, ਠੀਕ ਹੈ। ਸੋ ਇਹ ਸਕੋਪ ਹੈਗਾ ਸਾਡਾ ਇਸ ਚੈਪਟਰ ਦਾ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਡਰੇਨੇਜ। ਡਰੇਨੇਜ ਕੀ ਹੁੰਦਾ ਹੈ? ਇੱਕ ਇਹੋ ਜਿਹਾ ਸਿਸਟਮ ਹੈ ਜਿਹਦੇ ਵਿੱਚ ਆਪਾਂ ਪਾਣੀ ਨੂੰ ਡਿਸਪੋਜ਼ ਆਫ ਕਰਦੇ ਹਾਂ, ਜਿੱਥੇ ਬਹੁਤ ਜ਼ਿਆਦਾ ਪਾਣੀ ਹੈਗਾ ਹੈ ਟੂ ਜਿੱਥੇ ਪਾਣੀ ਘੱਟ ਹੈਗਾ ਹੈ, ਠੀਕ ਹੈ। ਔਰ ਇੱਕ ਨੈਚੁਰਲ ਫਿਨੋਮੀਨਾ ਹੈ, ਜਿਹੜਾ ਪਾਣੀ ਹੈ ਉਹ ਢਲਾਣ ਵੱਲ ਨੂੰ ਵਹਿੰਦਾ ਹੈ, ਕਿ ਜਿੱਧਰ ਨੂੰ ਢਾਲ ਮਿਲੇਗੀ ਪਾਣੀ ਨੇ ਉੱਧਰ ਨੂੰ ਚਲੇ ਜਾਣਾ ਹੈ, ਠੀਕ ਹੈ। ਸੋ ਇਹਦਾ ਜਿਹੜਾ ਮੇਨ ਪ੍ਰਿੰਸੀਪਲ ਹੈਗਾ ਹੈ ਡਰੇਨੇਜ ਦਾ, ਉਹ ਇਹ ਹੈ ਕਿ ਸਾਨੂੰ ਸਲੋਪ ਦੇਣੀ ਚਾਹੀਦੀ ਹੈ, ਠੀਕ ਹੈ। ਆਪਾਂ ਨੇ ਜਿਸ ਜਗ੍ਹਾ ਤੋਂ ਜਿਸ ਜਗ੍ਹਾ ਵੱਲ ਟ੍ਰਾਂਸਫਰ ਕਰਨਾ ਹੈ ਉਸ ਪਾਸੇ ਨੂੰ ਸਾਨੂੰ ਸਲੋਪ ਚਾਹੀਦੀ ਹੈ, ਸਾਨੂੰ ਪਾਈਪ ਨੂੰ ਐਂਗਲ ਦੇ ਉੱਤੇ ਸਲੋਪ ਦੇ ਵਿੱਚ ਰੱਖਣਾ ਪੈਣਾ ਹੈ ਤਾਂ ਕਿ ਉਹ ਨੈਚੁਰਲੀ ਡਿਸਪੋਜ਼ ਆਫ ਹੋਵੇ। ਜੇ ਆਪਾਂ ਇਹ ਨਹੀਂ ਕਰਦੇ ਦੈਨ ਸਾਨੂੰ ਕੋਈ ਮਕੈਨੀਕਲ ਮੈਥਡ ਯੂਜ਼ ਕਰਨਾ ਪੈਣਾ ਹੈ, ਠੀਕ ਹੈ। ਉਹਦੇ ਵਿੱਚ ਕੋਈ ਮੋਟਰ ਹੋ ਸਕਦਾ, ਪੰਪ ਹੋ ਸਕਦਾ ਹੈ, ਠੀਕ ਹੈ, ਉਹ ਸਾਰੇ ਮੈਥਡ ਯੂਜ਼ ਕਰਨੇ ਪੈਣੇ ਆ। ਉਹਦੇ ਲਈ ਸਾਨੂੰ ਮਤਲਬ कह लो कि एक एक्स्ट्रा खर्चा, एक्स्ट्रा मेंटेनेंस ਜਾਂ ਐਕਸਟਰਾ ਧਿਆਨ ਰੱਖਣਾ ਪੈਣਾ ਉਹ ਚੀਜ਼ਾਂ ਦਾ। ਸੋ ਬੈਟਰ ਹੈ ਕਿ ਡਰੇਨੇਜ ਦਾ ਜਿਹੜਾ ਨੈਚੁਰਲ ਪ੍ਰਿੰਸੀਪਲ ਹੈਗਾ ਕਿ ਉਹ ਸਲੋਪ ਵੱਲ ਨੂੰ ਵਹਿੰਦੀ ਹੈ, ਆਪਾਂ ਉਹਨੂੰ ਯੂਟਿਲਾਈਜ਼ ਕਰੀਏ। ਸੋ ਇਸੇ ਕਰਕੇ ਜਿਹੜੇ ਸਾਡੇ ਘਰਾਂ ਦਾ ਡਰੇਨੇਜ ਹੁੰਦੀ ਹੈ ਉਹਦੇ ਵਿੱਚ ਕੀ ਹੁੰਦਾ, ਜਿਹੜੇ ਸਾਡੇ ਘਰ ਤੋਂ ਜਿਹੜੀ ਡਰੇਨ ਨਿਕਲਦੀ ਹੈ ਜਾਂ ਜਿਹੜੀ ਪਾਈਪ ਨਿਕਲਦੀ ਹੈ ਉਹ ਥੋੜੀ ਹਾਇਰ ਲੈਵਲ ਤੇ ਹੁੰਦੀ ਹੈ। ਜਿੱਦਾਂ ਉਹ ਸੀਵਰੇਜ ਟ੍ਰੀਟਮੈਂਟ ਪਲਾਂਟ ਵੱਲ ਨੂੰ ਜਾਂਦੀ ਹੈ ਉਹ ਪਾਈਪ ਦੀ ਸਲੋਪ ਡਾਊਨ ਹੁੰਦੀ ਜਾਂਦੀ ਹੈ। ਸੋ ਕਹਿਣ ਦਾ ਮਤਲਬ ਹੈ ਸ਼ਹਿਰ ਦਾ ਜਿਹੜਾ ਉੱਚਾ ਪਾਸਾ ਹੈ ਉੱਥੇ ਸੀਵਰੇਜ ਜਨਰੇਟਰਸ ਹੁੰਦੇ ਨੇ, ਔਰ ਸ਼ਹਿਰ ਦਾ ਜਿਹੜਾ ਨੀਚਲਾ ਪਾਸਾ ਹੈ ਜਿੱਥੇ ਸਾਰਾ ਡਰੇਨ ਹੋ ਕੇ ਪਾਈਪ ਸੀਵਰੇਜ ਸਿਸਟਮ 'ਚ ਜਾ ਰਿਹਾ ਹੈ, ਸੀਵਰੇਜ ਟ੍ਰੀਟਮੈਂਟ ਪਲਾਂਟ 'ਚ ਜਾ ਰਿਹਾ ਹੈ, ਉਹ ਲੋਅਰ ਲੈਵਲ ਤੇ ਹੁੰਦਾ ਹੈ, ਠੀਕ ਹੈ। ਉਹ ਆਰਟੀਫਿਸ਼ੀਅਲੀ ਕ੍ਰੀਏਟ ਕਰੀਏ ਜਾਂ ਨੈਚੁਰਲੀ ਅਵੇਲੇਬਲ ਹੁੰਦਾ ਹੈ, ਉਹਨੂੰ ਆਪਾਂ ਧਿਆਨ ਰੱਖਣਾ ਪੈਣਾ। ਸੋ ਜੇ ਦੇਖੀਏ ਕਿ ਜਿਹੜੇ ਪੁਰਾਣੇ ਵੀ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਹਿਸਟਰੀ ਆਫ ਆਰਕੀਟੈਕਚਰ 'ਚ ਆਪਾਂ ਪੜ੍ਹਦੇ ਹਾਂ ਕਿ ਜਿਹੜੇ ਪੁਰਾਣੇ ਸ਼ਹਿਰ ਸੀਗੇ, ਠੀਕ ਹੈ, ਜਿਹੜੇ ਓਲਡਰ ਸੀਗੇ, ਉਹਦੇ ਵਿੱਚ ਜਿਹੜਾ ਸ਼ਹਿਰ ਹੈ ਉਹ ਥੋੜਾ ਹਾਇਰ ਲੈਵਲ ਦੇ ਉੱਤੇ ਬਣਿਆ ਹੁੰਦਾ ਸੀਗਾ ਤਾਂ ਕਿ ਕਿਸੇ ਤਰੀਕੇ ਨਾਲ ਡਰੇਨੇਜ ਨਾਲ ਡਿਸਪੋਜ਼ ਆਫ ਹੋਵੇ ਪਾਣੀ ਵਗੈਰਾ ਜਾਂ ਸੀਵਰੇਜ ਸਿਸਟਮ ਵਗੈਰਾ, ਠੀਕ ਹੈ। The removal of excess water either from the ground surface or from the root zone. Root zone ਮਤਲਬ ਜਿੱਥੋਂ ਪੈਦਾ ਹੋ ਰਹੇ ਨੇ, ਜਿੱਥੇ ਅਵੇਲੇਬਲ ਹੈਗਾ, that is called drainage. ਜਿਹੜਾ ਵੀ ਐਕਸੈਸ ਪਾਣੀ ਅਵੇਲੇਬਲ ਹੈਗਾ ਹੈ ਉਹਨੂੰ ਆਪਾਂ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਕਰੀਏ, that is drainage. ਹੁਣ ਸੀਵਰੇਜ ਸਿਸਟਮ ਦੇ ਵਿੱਚ ਆਪਾਂ ਡਰੇਨੇਜ ਕਿਉਂ ਪੜ੍ਹ ਰਹੇ ਹਾਂ? ਕਿਉਂਕਿ ਆਪਾਂ ਸੀਵਰੇਜ ਸਿਸਟਮ ਨੂੰ ਡਰੇਨ ਕਰਨਾ ਤੇ ਸਾਨੂੰ ਉਹਦੇ ਵਿੱਚ ਪਾਣੀ ਚਾਹੀਦਾ ਹੈ। ਸੀਵਰੇਜ ਸਿਸਟਮ ਦੇ ਵਿੱਚ ਜਿਹੜਾ ਵੀ ਸਾਡਾ WC ਦਾ ਵੇਸਟ ਹੈਗਾ ਹੈ, ਜਿਹੜਾ ਸੋਲਿਡ ਜਾਂ ਸੈਮੀ ਸੋਲਿਡ ਵੇਸਟ ਹੈਗਾ ਹੈ, ਉਹ ਕੱਲਾ ਆਪਣੇ ਆਪ ਡਰੇਨ ਨਹੀਂ ਹੋ ਸਕਦਾ, ਸਾਨੂੰ ਉਹਦੇ ਲਈ ਪਾਣੀ ਚਾਹੀਦਾ ਹੈ। ਸੋ ਵੀ ਨੀਡ ਫਲਸ਼, ਪਾਣੀ ਸਾਨੂੰ ਫਲਸ਼ ਵਾਟਰ ਚਾਹੀਦੀ ਹੈ ਤਾਂ ਕਿ ਅਸੀਂ ਉਸ ਸਿਸਟਮ ਦੇ ਵਿੱਚ ਜਿਹੜਾ ਵੀ ਸਾਡੇ ਕੋਲ ਸੋਲਿਡ
मैटर हैगा है ਉਹਨੂੰ ਆਪਾਂ ਸੋਲਿਡ ਜਾਂ ਸੈਮੀ ਸੋਲਿਡ ਹੈ ਉਹਨੂੰ ਆਪਾਂ ਡਿਸਪੋਜ਼ ਆਫ ਕਰ ਸਕੀਏ। ਸੋ ਡਰੇਨੇਜ ਦੇ ਪ੍ਰਿੰਸੀਪਲ ਬੇਸ ਦੇ ਉੱਤੇ ਸਾਨੂੰ ਪਾਣੀ ਨਾਲ ਦੀ ਨਾਲ ਚਾਹੀਦਾ ਹੈ। ਸੋ ਵਾਟਰ ਇੱਕ ਐਜ਼ ਅ ਕੈਰੀਅਰ ਐਕਟ ਕਰਦਾ ਹੈ ਸੀਵਰੇਜ ਸਿਸਟਮ ਦੇ ਵਿੱਚ। ਹਾਂਜੀ, ਨੈਕਸਟ ਹੈ ਕਿ ਡਿਫਰੈਂਟ ਟਾਈਪਸ ਆਫ ਡੈਫੀਨੇਸ਼ਨ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਜਾਂ ਕੀ ਹੁੰਦੇ ਨੇ ਵਰਡਸ ਜਿਹੜੇ ਟਰਮੀਨੋਲੋਜੀ ਦੇ ਵਿੱਚ, ਤਾਂ ਕਿ ਅਸੀਂ ਸਹੀ ਤਰੀਕੇ ਨਾਲ ਲਿਖ ਸਕੀਏ। ਠੀਕ ਹੈ, ਇਹਦੇ ਵਿੱਚ ਸਭ ਤੋਂ ਮੇਨ ਜਿਹੜੇ ਤਿੰਨ ਹੈਗੇ ਨੇ, ਫਸਟ ਇਜ਼ ਸੀਵਰ, ਫਸਟ ਇਜ਼ ਸੀਵਰ, ਨੈਕਸਟ ਇਜ਼ ਸੀਵੇਜ ਐਂਡ ਥਰਡ ਇਜ਼ ਸੀਵਰੇਜ। ਇਹ ਤਿੰਨ ਵਰਡ ਨੇ, ਤਿੰਨਾਂ ਦਾ ਲਗਭਗ ਸਪੈਲਿੰਗ ਲਾਗੇ ਛਾਗੇ ਸੇਮ ਨੇ। ਦੋਨਾਂ ਨੂੰ ਸੀਵਰ ਪਲੱਸ ਸੀਵੇਜ ਮਿਲ ਕੇ ਸੀਵਰੇਜ ਬਣ ਰਿਹਾ। ਠੀਕ ਹੈ, ਸੋ ਇਹ ਸਾਨੂੰ ਇਹਨਾਂ ਤਿੰਨਾਂ ਦੀ ਡੈਫੀਨੇਸ਼ਨ ਜੇ ਆਪਾਂ ਦੇਖੀਏ, ਸੋ ਫਸਟ ਇਜ਼ ਸੀਵਰ। ਸੀਵਰ ਇੱਕ ਇਹੋ ਜਿਹੀ ਸਿਸਟਮ ਹੈਗਾ, ਇੱਕ ਇਹੋ ਜਿਹੀ ਪਾਈਪ ਹੈਗੀ ਹੈ ਜਿਹਦੇ ਵਿੱਚ ਜੋ ਵੀ ਸਾਡਾ ਵੇਸਟ ਹੈਗਾ ਉਹ ਜਾ ਰਿਹਾ। ਸੋ ਸੀਵਰ ਇਜ਼ ਅ ਪਾਈਪ। ਠੀਕ ਹੈ, ਸੀਵਰ ਆਰ ਅੰਡਰਗਰਾਉਂਡ ਪਾਈਪਸ ਔਰ ਕੰਡੂਇਟਸ। ਕੰਡੂਇਟ ਵੀ ਸੇਮ ਹੀ ਹੁੰਦਾ ਹੈ ਕਿ ਜਿਹੜੀ ਕੋਈ ਚੀਜ਼ ਹਿਡਨ ਦੇ ਵਿੱਚ ਚੱਲ ਰਹੀ ਹੈ, ਜਿਹਦੇ ਵਿੱਚੋਂ ਕੁਝ ਆ ਰਿਹਾ ਜਾਂ ਜਾ ਰਿਹਾ, ਦੈਟ ਇਜ਼ ਕੰਡੂਇਟ ਵਿਚ ਕੈਰੀ ਸੀਵੇਜ। ਠੀਕ ਹੈ, ਇਹਦਾ ਮਤਲਬ ਸੀਵਰ ਪਾਈਪ ਹੈ ਔਰ ਸੀਵੇਜ ਨੂੰ ਇਹ ਕੈਰੀ ਕਰ ਰਿਹਾ। ਠੀਕ ਹੈ, ਤਾਂ ਸੀਵੇਜ ਕੀ ਹੋਇਆ? ਸੀਵੇਜ ਇਜ਼ ਆਲ ਦਾ ਵੇਸਟ ਜਿਹੜਾ ਸਾਡੇ ਘਰਾਂ ਦੇ ਵਿੱਚ ਜਨਰੇਟ ਹੋ ਰਿਹਾ, ਚਾਹੇ ਉਹ ਲਿਕੁਇਡ ਵੇਸਟ ਹੈਗਾ, ਚਾਹੇ ਉਹ ਸੋਇਲ ਵੇਸਟ ਹੈਗਾ। ਹੁਣ ਵਾਟ ਇਜ਼ ਲਿਕੁਇਡ ਵੇਸਟ? ਲਿਕੁਇਡ ਵੇਸਟ ਉਹ ਵੇਸਟ ਜਿਹਦੇ ਵਿੱਚ ਪਾਣੀ ਹੁੰਦਾ ਹੈ, ਆਪਾਂ ਨਹਾਉਂਦੇ ਹਾਂ, ਆਪਣਾ ਉਹ ਜਿਹੜਾ ਵੇਸਟ ਹੈ ਦੈਟ ਇਜ਼ ਲਿਕੁਇਡ ਵੇਸਟ। ਆਪਾਂ ਕਿਚਨ 'ਚ ਬਰਤਨ ਧੋਂਦੇ ਹਾਂ, ਉਹ ਜਿਹੜਾ ਵੇਸਟ ਹੈ ਦੈਟ ਇਜ਼ ਲਿਕੁਇਡ ਵੇਸਟ। ਆਪਾਂ ਵਾਸ਼ਿੰਗ ਕਰਦੇ ਹਾਂ, ਦੈਟ ਇਜ਼ ਲਿਕੁਇਡ ਵੇਸਟ। ਜਿਹੜਾ ਇਸ ਤੋਂ ਇਲਾਵਾ ਸੋਇਲ ਵੇਸਟ ਕੀ ਹੁੰਦਾ? ਉਹ ਵੇਸਟ ਜਿਹੜਾ WC ਦੇ ਵਿੱਚੋਂ ਨਿਕਲਦਾ ਫਰੋਮ ਵਾਟਰ ਕਲੋਜ਼ੈਟਸ। ਠੀਕ ਹੈ, WC ਮਤਲਬ ਜਿਹੜੇ ਆਪਣੀ ਜਿਹੜੀ ਸੀਟ ਹੁੰਦੀ ਹੈ। ਠੀਕ ਹੈ, ਇੰਗਲਿਸ਼ ਹੈ, ਇੰਡੀਅਨ ਹੈਗੀ ਹੈ, ਦੈਟ ਇਜ਼ ਸੋਇਲ ਵੇਸਟ। ਸੋ ਦੋ ਤਰ੍ਹਾਂ ਦਾ ਵੇਸਟ ਹੋ ਗਿਆ, ਇੱਕ ਲਿਕੁਇਡ ਵੇਸਟ ਹੋ ਗਿਆ ਔਰ ਇੱਕ ਸੋਇਲ ਵੇਸਟ ਹੋ ਗਿਆ। ਇਹਨਾਂ ਦੋਨਾਂ ਨੂੰ ਕੰਬਾਈਨ ਕਰ ਦਈਏ, ਵੀ ਗੈਟ ਸੀਵੇਜ। तो सीवेज वो वेस्टेज होगी और जेडे पाइप ਦੇ ਵਿੱਚੋਂ ਜਾ ਰਿਹਾ दैट इज सीवर। नेक्स्ट इज सीवरेज। तो सीवरेज की है, ये एक सिस्टम है, ये नैटवर्क है सीवर्स का आपस ਦੇ ਵਿੱਚ ਜਿਹਦੇ ਵਿੱਚ ਸੀਵੇਜ ਜਾ ਰਿਹਾ ਹੈ। ਠੀਕ ਹੈ, द प्रोसैस ऑफ कलैक्शन, ਇਹਨੂੰ ਕਲੈਕਟ ਕਰਨਾ, ਸੀਵੇਜ ਨੂੰ ਕਲੈਕਟ ਕਰਨਾ ਸਾਰੇ ਘਰਾਂ ਦੇ ਵਿੱਚੋਂ, ਜਿੰਨੇ ਵੀ ਘਰ ਸਾਡੀ ਕਲੋਨੀ ਦੇ ਵਿੱਚ ਨੇ ਔਰ ਕਿੰਨੀਆਂ ਕਲੋਨੀਜ਼ ਨੇ ਔਰ ਕਿੰਨੇ ਛੋਟੇ ਛੋਟੇ ਕਸਬੇ ਨੇ, ਉਹਨਾਂ ਸਾਰਿਆਂ ਦੇ ਵਿੱਚੋਂ ਦੀ ਜਿਹੜਾ ਕਲੈਕਸ਼ਨ ਕਰਨਾ, ਦੈਨ ਕਨਵੇਅੰਸ ਕਰਨਾ। ਕਨਵੇਅੰਸ ਮਤਲਬ ਉਹਨੂੰ ਟ੍ਰਾਂਸਫਰ ਕਰਨਾ। ਠੀਕ ਹੈ, ਫਰੋਮ ਵਨ ਪੁਆਇੰਟ ਟੂ ਅਨਦਰ ਪੁਆਇੰਟ, ਮਤਲਬ ਜਿੱਥੋਂ ਜਨਰੇਟ ਹੋ ਰਿਹਾ ਵੇਸਟ ਔਰ ਜਿੱਥੇ ਜਾ ਕੇ ਉਹਨੂੰ ਟ੍ਰੀਟਮੈਂਟ ਕਰਨਾ ਜਾਂ ਡਿਸਪੋਜ਼ ਆਫ ਕਰਨਾ, ਉੱਥੇ ਤੱਕ ਲੈ ਕੇ ਜਾਣਾ, ਦੈਟ ਇਜ਼ ਕਨਵੇਅੰਸ। द प्रोसेस ऑफ कलेक्शन, कन्वेयंस एंड डिस्पोजल। ठीक है, डिस्पोज ऑफ कर देना या ट्रीटमेंट करवानी। जे ट्रीटमेंट कराने तो सीवरेज ट्रीटमेंट प्लांट होएगा, जे डिस्पोज ऑफ करना तो कोई ना कोई तरीका होएगा कि ਆਪਾਂ ਜਾਂ ਤਾਂ लैंडफिल साइट्स ਹੈਗੇ ਨੇ ਜਾਂ ਐਗਜ਼ਿਸਟਿੰਗ ਨੈਚੁਰਲ ਬੋਡੀ ਦੇ ਵਿੱਚ ਆਪਾਂ ਪਾ ਦਿੰਦੇ ਆ। ਫੋਰ ਐਗਜ਼ਾਮਪਲ ਜਿੱਦਾਂ ਕਹਿੰਦੇ ਆ ਨਾ ਕਿ ਪੁਰਾਣੇ ਥੋੜਾ ਜਿਹਾ ਅੱਜ ਤੋਂ 30 40 50 ਸਾਲ ਪਹਿਲਾਂ ਸ਼ਹਿਰਾਂ ਦਾ ਵੇਸਟ ਜਿਹੜਾ ਸੀ ਉਹ ਕਿਸੇ ਨਾ ਕਿਸੇ ਨਦੀ ਵਿੱਚ ਸੁੱਟ ਦਿੱਤਾ ਜਾਂਦਾ ਸੀਗਾ। ਠੀਕ ਹੈ, ਹੁਣ ਉਹ ਟ੍ਰੈਂਡ ਚੇਂਜ ਹੋ ਰਿਹਾ, ਹੁਣ ਟ੍ਰੀਟਮੈਂਟ ਪਲਾਂਟ ਦੇ ਵਿੱਚ ਟ੍ਰੀਟਮੈਂਟ ਕਰਕੇ ਉਹਨੂੰ ਸੈੱਟ ਰਹੇ ਨੇ ਜਾਂ ਨਾਲਿਆਂ ਦੇ ਵਿੱਚ ਸੁੱਟ ਰਹੇ ਨੇ। ਠੀਕ ਹੈ, ਸੋ ਦੈਟ ਇਜ਼ डायरेक्ट डिस्पोजल ਜਾਂ ਟ੍ਰੀਟਮੈਂਟ ਕਰਕੇ। ਸੋ ਆਈ ਹੋਪ ਇਹ ਚੀਜ਼ ਕਲੀਅਰ ਹੋਈ ਤੁਹਾਨੂੰ ਸਾਰਿਆਂ ਨੂੰ ਕਿ ਸੀਵਰ ਕੀ ਹੁੰਦਾ ਨੇ ਔਰ ਸੀਵੇਜ ਕੀ ਹੁੰਦਾ ਔਰ ਸੀਵਰੇਜ ਸਿਸਟਮ ਕੀ ਹੁੰਦਾ। ਇਹ ਤਿੰਨੋਂ ਆਲਮੋਸਟ ਸੇਮ ਚੀਜ਼ਾਂ ਸੀਗੀਆਂ, ਸੇਮ ਵਰਡਿੰਗ ਹੈਗੀ ਨੇ, ਬਟ ਸਾਨੂੰ ਇਹਨਾਂ ਤਿੰਨਾਂ ਦੇ ਮਤਲਬ ਅਲੱਗ-ਅਲੱਗ ਪਤਾ ਹੋਣੇ ਚਾਹੀਦੇ ਆ ਕਿ ਸੀਵਰ ਪਾਈਪ ਹੁੰਦੀ ਹੈ, ਸੀਵੇਜ ਜਿਹੜਾ ਵੇਸਟੇਜ ਹੁੰਦਾ ਹੈ, ਇਹਦੇ ਵਿੱਚ ਦੋ ਤਰ੍ਹਾਂ ਦੇ ਵੇਸਟ ਹੁੰਦੇ, ਇੱਕ ਲਿਕੁਇਡ ਵੇਸਟ ਹੁੰਦਾ ਹੈ, ਇੱਕ ਸੋਇਲ ਵੇਸਟ ਹੁੰਦਾ ਹੈ। ਔਰ ਇਹ ਜਿਹੜਾ ਸਾਰਾ ਸੀਵਰ ਤੇ ਸੀਵੇਜ ਦਾ ਨੈਟਵਰਕ ਹੈ ਜਿਹਦੇ ਵਿੱਚ ਆਪਾਂ ਉਹਨੂੰ ਕਲੈਕਟ ਕਰਦੇ ਹਾਂ, ਉਹਨੂੰ ਟ੍ਰਾਂਸਫਰ ਕਰਦੇ ਹਾਂ, ਉਹਨੂੰ ਡਿਸਪੋਜ਼ ਆਫ ਕਰਦੇ ਹਾਂ ਜਾਂ ਟ੍ਰੀਟਮੈਂਟ ਕਰਦੇ ਹਾਂ, ਦੈਟ ਇਜ਼ ਸੀਵਰੇਜ ਸਿਸਟਮ। ਨੈਕਸਟ ਇਜ਼ ਸੈਨੇਟਰੀ ਸੀਵੇਜ। ਇਟ ਇਜ਼ ਆਲਮੋਸਟ ਸੇਮ ਸੀਵੇਜ ਆਪਾਂ ਡਿਸਕਸ ਕਰ ਲਿਆ ਕਿ ਜਿਹੜਾ ਵੀ ਕੋਈ ਚੀਜ਼
ਸੈਨੀਟਰੀ ਚੀਜ਼ਾਂ ਚੋਂ ਨਿਕਲ ਰਿਹਾ ਹੈ, ਸਾਡੇ ਸੈਨੀਟਰੀ ਆਈਟਮਸ ਦੇ ਵਿੱਚੋਂ ਨਿਕਲ ਰਿਹਾ, ਫਿਟਿੰਗਸ ਦੇ ਵਿੱਚੋਂ ਨਿਕਲ ਰਿਹਾ, ਦੈਟ ਇਜ਼ ਸੀਵੇਜ। ਅੱਛਾ, ਨੈਕਸਟ ਇਜ਼ ਸਟੋਮ ਸੀਵਰ। ਸੋ ਹੁਣ ਇਹਦੇ ਵਿੱਚ ਵਰਡ ਆ ਗਿਆ ਸੀਵਰ। ਸੀਵਰ ਤੇ ਸਾਨੂੰ ਪਤਾ ਕੀ ਹੁੰਦਾ, ਪਾਈਪ ਹੁੰਦੀ ਹੈ। ਨੈਕਸਟ ਇਜ਼ ਸਟੋਮ। ਸਟੋਮ ਕੀ ਹੁੰਦਾ ਹੈ? ਕੋਈ ਵੀ ਸਟੋਮ ਦਾ ਵੈਸੇ ਮਤਲਬ ਹੈ ਕਿ ਬਾਰਿਸ਼ ਹੋਣਾ ਜਾਂ ਹਨੇਰੀ ਝੱਖੜ, ਹਨੇਰੀ ਆਉਣਾ, ਠੀਕ ਹੈ। ਸੋ ਬਾਰਿਸ਼ ਦਾ ਪਾਣੀ ਜਿਸ ਪਾਈਪ ਦੇ ਵਿੱਚੋਂ ਨਿਕਲ ਕੇ ਜਾ ਰਿਹਾ ਹੈ, ਦੈਟ ਇਜ਼ ਸਟੋਮ ਸੀਵਰ। ਤੁਸੀਂ ਦੇਖਿਆ ਹੋਏਗਾ ਕਿ ਜਿਹੜੇ ਆਪਣੇ ਰੋਡਸ ਹੁੰਦੀਆਂ ਨੇ, ਰੋਡਸ ਦੇ ਨਾਲ ਗਟਰ ਟਾਈਪ ਦੇ ਸਿਸਟਮ ਹੁੰਦਾ ਜਿਹਦੇ ਵਿੱਚ ਬਾਰਿਸ਼ ਦਾ ਪਾਣੀ ਜਾਂਦਾ ਹੈ, ਠੀਕ ਹੈ। ਉਹ ਬਾਰਿਸ਼ ਦਾ ਪਾਣੀ ਜਿਸ ਵਿੱਚ ਜਾ ਕੇ ਨੀਚੇ ਜਿੱਥੇ ਫਲੋ ਕਰਦਾ ਹੈ, ਜਿਹੜੀ ਪਾਈਪ ਦੇ ਵਿੱਚ ਜਾਂਦਾ ਹੈ, ਦੈਟ ਪਾਈਪ ਇਜ਼ ਸਟੋਮ ਸੀਵਰ, ਠੀਕ ਹੈ। ਸੋ ਇਸੇ ਬਾਰਿਸ਼ ਦਾ ਪਾਣੀ ਔਰ ਘਰ ਦਾ ਜਿਹੜਾ ਵੇਸਟੇਜ ਹੈ, ਇਹਨਾਂ ਦੋਨਾਂ ਦੇ ਨਾਲ ਸਾਡੇ ਡਿਫਰੈਂਟ ਟਾਈਪਸ ਆਫ ਸਿਸਟਮ ਨੇ, ਆਪਾਂ ਨੈਕਸਟ ਪੜਾਂਗੇ ਨੈਕਸਟ ਲੈਕਚਰ ਦੇ ਵਿੱਚ। ਸੋ ਸਟੋਮ ਸੀਵਰ ਔਰ ਸੀਵੇਜ ਜਿਹੜਾ ਹੈ, ਦੋ ਸਟੋਮ ਦਾ ਬਾਰਿਸ਼ ਦਾ ਪਾਣੀ ਔਰ ਘਰਾਂ ਦਾ ਜਿਹੜਾ ਵੇਸਟੇਜ ਹੈ, ਇਹ ਦੋ ਚੀਜ਼ਾਂ ਨੇ ਜਿਹੜੀਆਂ ਸਾਨੂੰ ਸੀਵਰੇਜ ਸਿਸਟਮ ਦੇ ਵਿੱਚ ਲੈ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾ ਕੇ ਡਿਸਪੋਜ਼ ਆਫ ਕਰਨੀਆਂ। ਨੈਕਸਟ ਇਜ਼ ਰਿਫਿਊਜ਼। ਰਿਫਿਊਜ਼ ਇਜ਼ ਮਤਲਬ ਕੋਈ ਵੀ ਘਰ ਦੀ ਵੇਸਟ ਜਿਹੜੀ ਚੀਜ਼ ਹੈਗੀ ਹੈ, ਜਿਹੜੀ ਆਪਾਂ ਨਹੀਂ ਨੈਕਸਟ ਯੂਜ਼ ਕਰਨਾ, ਵਰਥਲੈਸ ਹੈਗੀ ਹੈ, ਦੈਟ ਇਜ਼ ਅ ਰਿਫਿਊਜ਼। ਉਹ ਸੋਲਿਡ ਫਾਰਮ 'ਚ ਹੋ ਸਕਦੀ ਹੈ, ਸੈਮੀ ਸੋਲਿਡ ਹੋ ਸਕਦੀ ਹੈ, ਲਿਕੁਇਡ ਫਾਰਮ 'ਚ ਹੋ ਸਕਦੀ ਹੈ, ਠੀਕ ਹੈ। ਇਹ ਜਿਹੜਾ ਸੀਵਰੇਜ ਸਿਸਟਮ ਹੈ, ਇਹਦੇ ਵਿੱਚ ਸਾਡਾ ਪਾਣੀ ਵਾਲਾ ਵੇਸਟੇਜ ਜਿਹੜਾ ਘਰੋਂ ਨਿਕਲਦਾ ਹੈ, ਐਂਡ ਵਨ ਇਜ਼ ਸੋਲਿਡ ਵੇਸਟ, ਠੀਕ ਹੈ। ਸੋਲਿਡ ਵੇਸਟ ਜਿਹੜਾ ਹੁੰਦਾ ਹੈ, ਉਹ ਹੁੰਦਾ ਸਾਡਾ ਕਿਚਨ ਦੇ ਵਿੱਚੋਂ ਦੀ ਜਿਹੜਾ ਆਪਾਂ ਕੋਈ ਵੀ ਆਪਾਂ ਕੁਕਿੰਗ ਕੀਤੀ ਹੈ, ਉਹ ਵੇਸਟੇਜ ਹੈ ਸਾਡਾ, ਛਿਲਕੇ ਨੇ ਜਾਂ ਕੋਈ ਵੀ ਸਾਡਾ ਰੈਜ਼ੀਡੂਅਲ ਬਚ ਗਿਆ ਹੈ, ਖਾਣਾ ਬਚ ਗਿਆ ਹੈ, ਠੀਕ ਹੈ, ਜਾਂ ਆਲੂ ਦੇ ਛਿਲਕੇ, ਪਿਆਜ਼ ਦੇ ਛਿਲਕੇ, ਜਾਂ ਜੋ ਵੀ ਸਬਜ਼ੀ ਬਣਾਉਂਦੇ ਆ, ਉਹ ਕਟਿੰਗ ਵਟਿੰਗ ਕਰਦੇ ਆ, ਜੋ ਵੀ ਵੇਸਟੇਜ ਨਿਕਲਦਾ ਹੈ, ਜਿਹੜਾ ਆਪਾਂ ਡਸਟਬਿਨ ਦੇ ਵਿੱਚ ਪਾਉਂਦੇ ਆ, ਦੈਟ ਇਜ਼ ਸੋਲਿਡ ਵੇਸਟ, ਠੀਕ ਹੈ। ਜੇ ਕਾਇਦੇ ਨਾਲ ਆਪਾਂ ਦੇਖਿਆ ਜਾਵੇ, ਉਹਨੂੰ ਆਪਾਂ ਸੀਵਰੇਜ ਦੇ ਵਿੱਚ ਨਹੀਂ ਪਾਉਂਦੇ ਹੈਗੇ। ਜੇ ਸੀਵਰੇਜ ਪਾਵਾਂਗੇ ਤਾਂ ਚਾਂਸਿਸ ਹੈ ਸਾਡਾ ਪਾਈਪਸ ਚੋਕ ਹੋ ਸਕਦੀਆਂ। ਜੇ ਪਾਈਪ ਚੋਕ ਹੋ ਗਈਆਂ ਤੇ ਅਗੇਨ ਜੋ ਵੀ ਸਾਡਾ ਸੀਵਰੇਜ ਸਿਸਟਮ ਦਾ ਮਕਸਦ ਸੀਗਾ ਅਚੀਵ ਕਰਨ ਦਾ, ਉਹ ਫੇਲ ਹੋਣ ਦੀ ਚਾਂਸਿਸ ਹੈਗੇ ਨੇ। ਸੋ ਆਪਾਂ ਸੋਲਿਡ ਵੇਸਟ ਜਿਹੜਾ ਹੈ ਉਹਨੂੰ ਅਲੱਗ ਰੱਖਾਂਗੇ, ਔਰ ਜਿਹੜਾ ਸੀਵੇਜ ਹੈ ਉਹਨੂੰ ਆਪਾਂ ਸੀਵਰੇਜ ਸਿਸਟਮ ਦੇ ਵਿੱਚ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਕਰਾਂਗੇ। नेक्स्ट इज सलेज। तो सलेज इज लिक्विड डिस्चार्ज फ्रॉम बाथरूम्स, किचन एंड वॉश बेसिन। ਜੇ ਆਪਾਂ ਵਾਪਸ ਦੁਬਾਰਾ ਡੈਫੀਨੇਸ਼ਨ ਦੇ ਵਿੱਚ ਆਈਏ ਸੀਵੇਜ ਦੀ, ਤੇ ਇਹਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਲਿਕੁਇਡ ਵੇਸਟ ਜਿਹੜਾ ਇੱਕ ਨਿਕਲ ਰਿਹਾ ਹੈ, ਜਿਹਦੇ ਵਿੱਚ ਸਲੇਜ ਆ ਰਹੀ ਹੈ ਜਾਂ ਸੋਇਲ ਵੇਸਟ ਆ ਰਿਹਾ। ਸੋ ਦਿਸ ਇਜ਼ ਸਲੇਜ। ਜਿਹੜਾ ਵੀ ਲਿਕੁਇਡ ਵੇਸਟ ਨਿਕਲ ਕੇ ਆ ਰਿਹਾ ਹੈ ਪਾਈਪਸ ਦੇ ਵਿੱਚੋਂ ਦੀ, ਜਿਹੜੀ ਆਪਾਂ ਗੱਲ ਕੀਤੀ ਕਿ ਨਹਾਉਣ ਦਾ ਪਾਣੀ ਹੋ ਸਕਦਾ ਹੈ, ਕਿਚਨ ਦਾ ਬਰਤਨ ਧੋਣ ਵਾਲਾ ਉਹ ਪਾਣੀ ਹੋ ਸਕਦਾ ਹੈ, ਜਾਂ ਯੂਰੀਨਲਸ 'ਚੋਂ ਹੋ ਸਕਦਾ ਹੈ, ਜਾਂ ਕੋਈ ਵਾਸ਼ਿੰਗ ਕਰ ਰਹੇ ਹਾਂ ਆਪਾਂ, ਠੀਕ ਹੈ, ਵਿਹੜਾ ਧੋ ਰਹੇ ਹਾਂ, ਜਾਂ ਬਾਰਿਸ਼ ਦਾ ਪਾਣੀ ਕਹਿ ਲਓ, ਉਹ ਸਾਰਾ ਸਲੇਜ ਵਾਟਰ ਹੈ। और दूसरा है सॉइल वेस्ट। सो सलेज की होया, इट इज लिक्विड डिस्चार्ज फ्रॉम बाथरूम्स, किचन एंड वॉश बेसिन। इत्थे WC नहीं हैगा, ठीक है। जे WC पा दिता जाए ਇਹਦੇ ਵਿੱਚ ਤਾਂ ਇਹ ਸੀਵੇਜ ਬਣ ਜਾਂਦਾ ਹੈ, ਠੀਕ ਹੈ। ਜੇ WC ਦਾ ਵੇਸਟ ਕੱਢ ਦਈਏ ਤਾਂ ਇਹ ਸਲੇਜ ਬਣ ਜਾਂਦਾ ਹੈ। ਜੇ ਕੱਲਾ WC ਦਾ ਵੇਸਟ ਪਾਈਏ ਤਾਂ ਇਹ ਸੋਇਲ ਵੇਸਟ ਬਣ ਜਾਂਦਾ ਹੈ, ਠੀਕ ਹੈ। ਸੋ ਇਹ ਡੈਫੀਨੇਸ਼ਨ ਆਪਾਂ ਨੂੰ ਫਿਰ ਅਗੇਨ ਕਲੈਰਿਟੀ ਚਾਹੀਦੀ ਹੈ। ਨੈਕਸਟ ਇਜ਼ ਸਲਜ। ਸਲਜ ਕੀ ਹੁੰਦਾ, ਜਦੋਂ ਵੀ ਕੋਈ ਪਾਣੀ ਆਪਾਂ ਨੂੰ ਥੋੜੀ ਦੇਰ ਲਈ ਆਪਾਂ ਹੋਲਡ ਕਰਕੇ ਰੱਖਦੇ ਹਾਂ, ਤਾਂ ਜਿਹੜੀ ਜੋ ਵੀ ਚੀਜ਼ ਕਾਈ ਕਹਿ ਲਓ ਜਾਂ ਜੋ ਵੀ ਥੋੜਾ ਜਿਹਾ ਭਾਰਾ ਸਬਸਟੈਂਸ ਹੁੰਦਾ ਉਹ ਨੀਚੇ ਜੰਮ ਜਾਂਦਾ ਹੈ, ਦੈਟ ਇਜ਼ ਅ ਸਲਜ, ਠੀਕ ਹੈ। ਜੋ ਵੀ ਟ੍ਰੀਟਮੈਂਟ ਆਪਾਂ ਜਦੋਂ ਪਾਣੀ ਦੀ ਕਰਦੇ ਹਾਂ, ਆਪਾਂ ਨੂੰ ਹੋਲਡ ਕਰਕੇ ਰੱਖਦੇ ਹਾਂ, ਕੋਸ਼ਿਸ਼ ਕਰਦੇ ਹਾਂ, ਤੇ ਉਹ ਜਦੋਂ ਹੋਲਡ ਕਰਕੇ ਹੁੰਦਾ ਤਾਂ ਜਿਹੜੀ ਚੀਜ਼ ਨੀਚੇ ਬੈਠ ਜਾਂਦੀ ਹੈ, ਦੈਟ ਇਜ਼ ਅ ਸਲਜ। ਸੋ ਇਹ ਡੈਫੀਨੇਸ਼ਨ ਇੱਕ ਹੋ ਗਈਆਂ। ਨੈਕਸਟ ਹੈ ਟਾਈਪਸ ਆਫ ਸੀਵਰਸ। ਇਹ ਟਾਈਪਸ ਆਫ ਸੀਵਰ ਆਪਾਂ ਗੱਲ ਕਰ ਰਹੇ ਹਾਂ ਕਿ ਔਨ ਦਾ ਬੇਸਿਸ ਆਫ ਇਟਸ ਪਲੇਸ ਜਾਂ ਲੋਕੇਸ਼ਨ ਕਿੱਥੇ ਹੈਗੀ ਹੈ, ਉਸ ਹਿਸਾਬ ਨਾਲ ਜਾਂ ਉਹਦਾ ਸਾਈਜ਼ ਕੀ ਹੈਗਾ, ਠੀਕ ਹੈ। ਸੋ ਫਸਟ ਇਜ਼ ਲੇਟਰਲ ਸੀਵਰ। ਘਰ ਦੇ ਇਮੀਡੀਏਟ ਬਾਹਰ ਜਿਹੜੀਆਂ ਪਾਈਪਸ ਜਾ ਰਹੀਆਂ ਹੁੰਦੀਆਂ ਨੇ, ਜਾਂ ਕਲੋਨੀ ਵਿੱਚ ਜਿਹੜੀ ਇੱਕ ਪਾਈਪ ਤੁਹਾਡੇ ਜਾ ਰਹੀ ਹੈਗੀ ਹੈ, ਜਿਹਦੇ ਵਿੱਚ ਸਾਰੇ ਘਰਾਂ ਦਾ ਪਾਣੀ ਜਾਂ ਘਰਾਂ ਦਾ ਵੇਸਟ ਹੈ ਜਾਂ ਘਰਾਂ ਦਾ ਸੀਵੇਜ ਹੈ, ਉਹ ਜਾ ਰਿਹਾ, ਦੈਟ ਇਜ਼ ਲੇਟਰਲ ਸੀਵਰ। ਉਹ ਪਾਈਪ ਜਿਹਦੇ ਵਿੱਚ ਇਮੀਡੀਏਟਲੀ ਘਰਾਂ ਤੋਂ ਬਾਹਰ ਪਾਣੀ ਜਾ ਰਿਹਾ ਹੈ ਜਾਂ ਵੇਸਟੇਜ ਜਾ ਰਿਹਾ, ਦੈਟ ਇਜ਼ ਲੇਟਰਲ ਸੀਵਰ, ਠੀਕ ਹੈ। ਜੇ ਗੱਲ ਕਰੀਏ
मान लो इस तरीके ਦੇ ਨਾਲ ਕਲੋਨੀ ਹੈਗੀ ਹੈ ਤੇ ਇੱਥੇ ਛੋਟੇ ਛੋਟੇ ਘਰ ਨੇ ਸਾਰੇ, ਠੀਕ ਹੈ। ਸੋ ਇਹਨਾਂ ਘਰਾਂ ਦਾ ਜਿਹੜਾ ਵੇਸਟ ਇਸ ਪਾਈਪ ਦੇ ਵਿੱਚ ਜਾ ਰਿਹਾ ਹੈ, ਸੋ ਦਿਸ ਪਾਈਪ ਇਜ਼ ਕਾਲਡ ਐਜ਼ ਲੇਟਰਲ ਸੀਵਰ, ਠੀਕ ਹੈ। then next is branch ਜਾਂ ਸਬਮੇਨ ਸੀਵਰ। ਇਹ ਲੇਟਰਲ ਸੀਵਰ ਦੇ ਵਿੱਚ ਜਿਹੜਾ ਅੱਗੇ ਜਾ ਕੇ ਜਿਸ ਪਾਈਪ ਨੂੰ ਮਿਲ ਰਿਹਾ ਹੈ that becomes branch ਜਾਂ ਸਬਮੇਨ। ਲੇਟਰਲ ਸੀਵਰ ਦਾ ਡਾਇਆ ਥੋੜਾ ਘੱਟ ਹੋਏਗਾ ਪਾਈਪ ਦਾ, ब्रांच या सबमेन सीवर का थोड़ा ज़्यादा होएगा, ठीक है। डाया सो कलोनीज़ ਦੇ ਵਿੱਚੋਂ ਪਾਈਪ ਜਿਹੜੀ ਨਿਕਲ ਕੇ ਆ ਰਹੀ ਹੈ, ਜਿਹੜੀ ਪਾਈਪ ਨਾਲ ਮਿਲ ਰਹੀ ਹੈ, that becomes सबमेन सीवर। ਹੁਣ ਇਸੇ ਤਰੀਕੇ ਨਾਲ ਇਹਦਾ ਮਤਲਬ ਸ਼ਹਿਰ ਦੇ ਵਿੱਚ ਕਿੰਨੀਆਂ सबमेन्स ਹੋਣਗੀਆਂ, ਠੀਕ ਹੈ। ਉਹ सबमेन्स ਆਪਣੇ ਆਪਸ ਦੇ ਵਿੱਚ 3 ਜਾਂ 4 ਜਾਂ 5 सबमेन्स ਕਿਸੇ ਇੱਕ ਪਾਈਪ ਦੇ ਵਿੱਚ ਅੱਗੇ ਜਾ ਕੇ ਜੁੜ ਰਹੀ ਹੈ, that is मेन सीवर, ठीक है। जिदा इनू ब्रांच कह लिया तो इनू ट्रंक सिस्टम भी कह सकते हैं, ट्रंक सीवर भी कह सकते हैं, ठीक है। ਇਹਦਾ डाया ब्रांच सीवर या सबमेन तो ज़्यादा होएगा, ठीक है। दैन इज ट्रंक सीवर, वो भी अगेन चाहे इनू मेन सीवर नू कह लो ट्रंक सीवर, या जे एक बहुत वड्डा शहर है ਉਹਦੇ ਵਿੱਚ 2 ਜਾਂ 3 मेन सीवर लाइन्स चल रही ने, तो वो मेन सीवर लाइन जिस लाइन ਦੇ ਵਿੱਚ ਪੈਂਦੀਆਂ ਨੇ, दैट बिकम्स ट्रंक सीवर, ठीक है। सो मतलब घर ये सब तो छोटी पाइप हैगी है, दैन ब्रांच सीवर आ गया, तो थोड़ी साइज वड्डा हो गया, दैन मेन सीवर उस तो वड्डा हो गया। इनू ट्रंक सीवर भी कह सकते हैं जे छोटा शहर है थोड़ा, तो जे बहुत वड्डा शहर है, जे 2-3 मेन सीवर लाइन चल रही है, तो दैन एक ट्रंक सीवर हो जाएगा जो मेन सीवर तो भी वड्डा होएगा। ये सारे की स्लोप की गल करिए तो लेटरल सीवर सब तो हायर लेवल पर होएगा, मतलब लेटरल सीवर की स्लोप थोड़ी मतलब हायर लेवल पर पएगा। और दैन नेक्स्ट है सबमेन सीवर, थोड़ा लोअर लेवल पे आ जाएगा, मतलब थोड़ी ढाल ज़्यादा हो जाएगी लेटरल सीवर तो। दैन मेन सीवर उस तो हो थोड़ा नीचे होएगा, क्योंकि आप स्लोप अचीव कर रहे हैं, तो मतलब आप थोड़ा थोड़ा नीचे लैके जा रहे हैं सीवर्स को, ठीक है। सो जिन्ना ही वड्डा सीवर है उन्ना ही सानू जमीन के नीचे जाना पैना। और नैक्सट इज आउटफॉल सीवर। आउटफॉल सीवर की ਹੁੰਦਾ, ਉਹ ਵਾਲੀ ਸੀਵਰ ਪਾਈਪਲਾਈਨ, ਉਹ ਵਾਲੀ ਪਾਈਪਲਾਈਨ ਜਿਹਦੇ ਵਿੱਚੋਂ ਜਿਹੜਾ ਵੀ ਸਾਡਾ ਸੀਵਰੇਜ ਜੋ ਵੀ ਆਪਾਂ ਸਾਰਾ ਕਲੈਕਟ ਕੀਤਾ ਹੈ ਕਿਸੇ ਵੀ ਸ਼ਹਿਰ ਦਾ, ਉਹ ਡਿਸਚਾਰਜ ਹੋ ਰਿਹਾ, ਠੀਕ ਹੈ। ਆਊਟਫਾਲ ਹੋ ਰਿਹਾ ਮਤਲਬ ਬਾਹਰ ਫਾਲ ਹੋ ਰਿਹਾ, ਚਾਹੇ ਉਹ ਨਾਲੇ ਦੇ ਵਿੱਚ ਹੋ ਰਿਹਾ, ਚਾਹੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਵਿੱਚ ਜਾ ਰਿਹਾ, ਚਾਹੇ ਕਿਸੇ ਨੈਚੁਰਲ ਬੋਡੀ 'ਚ ਜਾ ਰਿਹਾ, ठीक है। और नेक्स्ट इज इंटरसेप्टर सीवर। ये भी सिंपल है कि इस तरीके ਦੇ ਨਾਲ ਪਾਈਪਸ 2-3 ਜਾ ਰਹੀਆਂ, ਉਹਨੂੰ ਇੰਟਰਸੈਪਟ ਕਰ ਰਿਹਾ, ਉਹਨੂੰ ਰੋਕ ਰਿਹਾ ਜਾਂ ਉਹਨੂੰ ਜੁਆਇਨ ਕਰ ਰਿਹਾ ਆਪਸ ਵਿੱਚ, दैट इज इंटरसेप्टर सीवर। सो ਇਹਦੀ ਆਪਾਂ ਇੱਕ ਐਗਜ਼ਾਮਪਲ ਨਾਲ ਹੋਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਹਦੇ ਵਿੱਚ ਐਗਜ਼ਾਮਪਲ ਦਿੱਤਾ ਹੋਇਆ, ਛੋਟੇ ਛੋਟੇ ਆ ਘਰ ਦਿਖਾ ਰਹੇ ਨੇ ਇਸ ਕਲੋਨੀ ਦੇ ਵਿੱਚ। ਮੰਨ ਲਓ ਇਹ ਜਿਹੜਾ ਸੀਵਰ ਪਾਈਪਲਾਈਨ ਹੈਗਾ ਹੈ, ਇਹਨੂੰ ਹਾਊਸ ਸੀਵਰ ਕਹਿ ਲਓ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਇਹ ਜਿਸ ਪਾਈਪ ਦੇ ਵਿੱਚ ਜਾ ਰਿਹਾ ਹੈ, ਫਸਟ ਪਾਈਪ ਇਜ਼ ਲੇਟਰਲ ਸੀਵਰ, ਇਹਦਾ ਡਾਇਆ ਸਭ ਤੋਂ ਘੱਟ ਹੈ, ਠੀਕ ਹੈ। ਇਸੇ ਤਰ੍ਹਾਂ ਇਸ ਕਲੋਨੀ ਦਾ ਵੀ ਉਹਨੇ ਕਨੈਕਸ਼ਨ ਕਰ ਦਿੱਤਾ, ਦਿਸ ਇਜ਼ ਲੇਟਰਲ ਸੀਵਰ। ਇਹ ਲੇਟਰਲ ਸੀਵਰ ਜਿਸ ਸੀਵਰ ਦੇ ਵਿੱਚ ਮਿਲ ਰਿਹਾ ਹੈ ਜਾਂ ਜਿਸ ਪਾਈਪ ਦੇ ਵਿੱਚ ਮਿਲ ਰਿਹਾ ਹੈ, दैट इज सबमेन सीवर, ठीक है। सो फर्स्ट इज हायरार्की इज लेटरल सीवर, देन इज सबमेन सीवर। ਹੁਣ ਇਸੇ ਤਰ੍ਹਾਂ ਆ सबमेन हो गया, एक आ सबमेन हो गया। सो ये सबमेन ਜਿਹਨੂੰ ਮਿਲ ਰਹੇ ਨੇ, दैट इज मेन सीवर, ठीक है। जो छोटा शहर है तो इट इज आल्सो कॉल्ड एज ट्रंक सीवर, और सबमेन सीवर ਨੂੰ ਆਪਾਂ ਐਜ਼ ਅ ब्रांच सीवर भी कह सकते हैं, ठीक है। ਜਿੱਦਾਂ ਦਰਖਤ ਦੀ ਗੱਲ ਕਰ ਲਈਏ तो ਦਰਖਤ ਦੇ ਵਿੱਚ ब्रांचेस भी ਹੁੰਦੀਆਂ, ਤਾਂ ਇੱਕ ਟਰੰਕ ਹੁੰਦਾ, ਟਰੰਕ मतलब ਮੇਨ ਤਣਾ, और ब्रांचेस मतलब ਜਿਹੜੀ ਛੋਟੇ ਛੋਟੇ ਡਾਲੀਆਂ ਸਾਰੀਆਂ। सो दिस इज मेन सीवर लाइन। ये मेन सीवर लाइन ਅੱਗੇ ਜਿਹੜੀ ਪਾਈਪਲਾਈਨ ਦੇ ਵਿੱਚ ਮਿਲਦੀ ਹੈ, ਜਿਹੜਾ ਕਿ ਬਾਹਰ ਫਾਲ ਕਰਦਾ ਹੈ, ਚਾਹੇ ਉਹ ਸੀਵਰ ਨੂੰ ਟ੍ਰੀਟਮੈਂਟ ਪਲਾਂਟ ਦੇ ਵਿੱਚ ਲੈ ਕੇ ਜਾ ਰਿਹਾ ਹੈ, ਚਾਹੇ ਉਹ ਕਿਸੇ ਨੈਚੁਰਲ ਬੋਡੀ ਦੇ ਵਿੱਚ ਸੁੱਟ ਰਿਹਾ ਹੈ, ਜਾਂ ਫਿਰ ਉਹਨੂੰ ਕਿਸੇ ਨਾਲੇ ਦੇ ਵਿੱਚ ਸੁੱਟ ਰਿਹਾ ਹੈ, ਸੋ दैट सीवर इज आउटफॉल सीवर। सो ਜੇ ਆਪਾਂ ਸਲੋਪ ਦੀ ਗੱਲ ਕਰੀਏ, ਇਹ ਥੋੜਾ ਉੱਚੇ ਲੈਵਲ ਤੇ ਹੋਣਗੇ, ਇਸੇ ਤਰ੍ਹਾਂ ਇਹ ਪਾਈਪ ਥੋੜੀ ਹੋਰ ਡਾਊਨ ਚਲੇ ਜਾਏਗੀ। ਇਹਦੀ ਸਲੋਪ ਸਾਨੂੰ ਇਸ ਪਾਸੇ ਢਾਲ ਰੱਖਣੀ ਪੈਣੀ ਹੈ, ਇਹਦੀ ਢਾਲ ਇਸ ਪਾਸੇ ਰੱਖਣੀ ਪੈਣੀ ਹੈ, ਔਰ ਇਹਦੀ ਸਾਨੂੰ ਢਾਲ ਇਸ ਪਾਸੇ ਰੱਖਣੀ ਪੈਣੀ ਹੈ, ਤਾਂ ਕਿ ਜਿਹੜਾ ਇੱਥੇ ਵਾਲਾ ਪਾਣੀ ਹੈ ਜਾਂ ਵੇਸਟ ਹੈ
ਉਹ ਇਸ ਤਰੀਕੇ ਨਾਲ ਢਾਲ ਦੇ ਨਾਲ ਜਾਂਦਾ ਜਾਂਦਾ ਇਸ ਤਰੀਕੇ ਨਾਲ ਇੱਧਰ ਚਲੇ ਜਾਂਦਾ, ਠੀਕ ਹੈ। ਔਰ ਲਾਸਟ ਇਹਦੀ ਢਾਲ ਇਸ ਪਾਸੇ ਰੱਖਣੀ ਪੈਣੀ। ਇਹਨੂੰ ਜਾਂ ਤਾਂ ਜੇ ਤਾਂ ਸਾਡੇ ਕੋਲ ਫਲੈਟ ਸਿਟੀਜ਼ ਹੈਗੇ ਨੇ, ਮਤਲਬ ਜਿੱਥੇ ਲੈਵਲ ਡਿਫਰੈਂਸਿਸ ਜ਼ਿਆਦਾ ਨਹੀਂ ਹੈਗੇ ਨੇ, ਤਾਂ ਸਾਨੂੰ ਇਹ ਪਾਈਪ ਨੈਟਵਰਕ ਉਨਾ ਹੀ ਡੂੰਘਾ ਰੱਖਣਾ ਪੈਣਾ ਹੈ। ਜਿੰਨਾ ਵੱਡਾ ਸੀਵਰ ਹੈ ਉਨਾ ਹੀ ਸਾਨੂੰ ਡਾਊਨ ਰੱਖਣਾ ਪੈਣਾ ਹੈ, ਕਿਉਂਕਿ ਸਲੋਪ ਮੇਨਟੇਨ ਕਰਨੀ ਹੈ, ਹਾਇਰਾਰਕੀ ਮੇਨਟੇਨ ਕਰਨੀ ਪੈਣੀ ਹੈ, ਠੀਕ ਹੈ। ਸੋ ਇਸ ਤਰੀਕੇ ਨਾਲ ਆਪਾਂ ਸੀਵਰ ਜਿਹੜੇ ਆ ਉਹ ਆਪਾਂ ਡਿਸਕਸ ਕੀਤੇ ਅੱਜ। ਸੋ ਆਪਾਂ ਕੁਝ ਬੇਸਿਕ ਡੈਫੀਨੇਸ਼ਨ ਵੀ ਦੇਖੀਆਂ ਕਿ ਸੀਵਰ ਕੀ ਹੁੰਦਾ ਹੈ, ਉਹਦੇ ਟਾਈਪਸ ਆਫ ਸੀਵਰਸ ਆਪਾਂ ਪੜ੍ਹੇ ਹੈ। ਦੈਨ ਅਸੀਂ ਦੇਖਿਆ ਕਿ ਸੀਵੇਜ ਕੀ ਹੁੰਦਾ ਹੈ, ਉਹਦੇ ਵਿੱਚ ਕਿਹੜੇ ਕਿਹੜੇ ਵੇਸਟੇਜ ਹੁੰਦੀ ਹੈ, ਇੱਕ ਲਿਕੁਇਡ ਵੇਸਟ ਹੁੰਦਾ, ਇੱਕ ਸੋਇਲ ਵੇਸਟ ਹੁੰਦਾ ਹੈ। ਦੈਨ ਅਸੀਂ ਦੇਖਿਆ ਕਿ ਸੀਵਰੇਜ ਸਿਸਟਮ ਕੀ ਹੁੰਦਾ ਹੈ, ਜਿਹਦੇ ਵਿੱਚ ਆਪਾਂ ਪਾਈਪ ਨੈਟਵਰਕ ਦੇ ਨਾਲ ਆਪਾਂ ਇਹ ਸੀਵੇਜ ਨੂੰ ਡਿਸਪੋਜ਼ ਆਫ ਕਰੀਏ, ਫਰੋਮ ਕਲੈਕਸ਼ਨ ਤੋਂ ਲੈ ਕੇ ਕਨਵੇਅੰਸ ਟੂ ਡਿਸਪੋਜ਼ਲ, ਦੈਟ ਇਜ਼ ਸੀਵਰੇਜ ਸਿਸਟਮ। ਔਰ ਦੈਨ ਅਸੀਂ ਸਟੋਮ ਸੀਵਰ ਪੜ੍ਹਿਆ ਕਿ ਜਿਹੜਾ ਬਾਰਿਸ਼ ਦਾ ਪਾਣੀ ਜਿਸ ਪਾਈਪਲਾਈਨ ਦੇ ਵਿੱਚ ਜਾ ਰਿਹਾ, ਦੈਟ ਇਜ਼ ਸਟੋਮ ਸੀਵਰ। ਦੈਨ ਸਲੇਜ ਕੀ ਹੁੰਦੀ ਹੈ ਔਰ ਸੋਇਲ ਵੇਸਟ ਕੀ ਹੁੰਦਾ ਹੈ, ਇਹਨਾਂ ਦੋਨਾਂ ਨੂੰ ਮਿਲ ਕੇ ਸੀਵੇਜ ਬਣਦਾ ਹੈ, ਠੀਕ ਹੈ। ਔਰ ਦੈਨ ਟਾਈਪਸ ਆਫ ਸੀਵਰੇਜ ਆਪਾਂ ਪੜ੍ਹੇ ਹੈ। ਔਰ ਕਿਉਂ ਸੀਵਰੇਜ ਸਿਸਟਮ ਸਾਨੂੰ ਜ਼ਰੂਰੀ ਹੈਗਾ ਹੈ ਸਾਡੀ ਇੱਕ ਸ਼ਹਿਰ ਦੇ ਵਿੱਚ, ਜਾਂ ਇੱਕ ਬਿਲਡਿੰਗ ਸਰਵਿਸਿਜ਼ ਆਪਾਂ ਪੜ੍ਹ ਰਹੇ ਹਾਂ ਕਿ ਬਿਲਡਿੰਗਸ ਦੇ ਵਿੱਚ ਇੱਕ ਸਰਵਿਸਿਜ਼ ਦੇ ਵਿੱਚ ਆ ਰਿਹਾ ਹੈ ਕਿ ਇਹ ਕਿਉਂ ਜ਼ਰੂਰੀ ਹੈ ਸਰਵਿਸਿਜ਼, ਤਾਂ ਕਿ ਆਪਾਂ ਹੈਲਥ ਨੂੰ ਆਪਣਾ ਜਿਹੜੀ ਪ੍ਰਾਇਓਰਟੀ ਹੈਗੀ ਹੈ ਉਹਨੂੰ ਆਪਾਂ ਅਚੀਵ ਕਰ ਸਕੀਏ, ਬਿਲਡਿੰਗ ਦੀ ਲਾਈਫ ਜਿਹੜੀ ਹੈ ਉਹ ਵਧੀਆ ਅਚੀਵ ਕਰ ਸਕੀਏ, ਬਿਲਡਿੰਗ ਸਾਡੀ ਹੈਬਿਟੇਬਲ ਰਵੇ, ਠੀਕ ਹੈ। ਜਾਂ ਦੇਖੋ ਜੇ ਮੰਨ ਲਓ ਕਿਸੇ ਦੇ ਘਰ ਸਲਾਬਾ ਵੀ ਹੈਗਾ ਹੈ ਤੇ ਉਹ ਕਮਰੇ ਦੇ ਵਿੱਚ ਵੈਸੇ ਹੀ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ, ਜਾਂ ਰਹਿਣ ਦਾ ਉੱਥੇ ਮਤਲਬ ਸਮੈਲ ਕਰਕੇ ਰਹਿਣ ਮਤਲਬ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਾਂ ਕਹਿ ਲਓ ਕਿ ਹੈਲਥ ਇਸ਼ੂਜ਼ ਆਉਣੇ ਸ਼ੁਰੂ ਹੋ ਜਾਂਦੇ ਨੇ, ਵੈਸੇ ਹੀ ਬੰਦਾ ਬਿਮਾਰ ਰਹਿਣ ਲੱਗ ਪੈਂਦਾ, ਚਾਹੇ ਉਹ ਠੀਕ ਵੀ ਹੋਵੇ, ਉਹ এনवायरमेंट ਹੀ ਇਦਾਂ ਦਾ ਹੋ ਜਾਂਦਾ ਹੈ। ਸੋ ਇਸ ਕਰਕੇ ਸੀਵਰੇਜ ਸਿਸਟਮ ਜਿਹੜਾ ਸਾਨੂੰ ਉਹਨੂੰ ਟੈਕਲ ਕਰਨਾ ਬਹੁਤ ਜ਼ਰੂਰੀ ਹੈ। ਠੀਕ ਹੈ, ਆਈ ਹੋਪ ਕਿ ਤੁਹਾਨੂੰ ਲੈਕਚਰ ਸਮਝ ਲੱਗਾ ਹੈ। ਸੋ ਬਾਕੀ ਆਪਾਂ ਨੈਕਸਟ ਲੈਕਚਰ ਦੇ ਵਿੱਚ ਇਹਦੇ ਟਾਈਪਸ ਆਫ ਸੀਵਰੇਜ ਸਿਸਟਮ ਜਿਹੜੇ ਆ ਉਹ ਪੜਾਂਗੇ।